ਨੈਕਸਟ ਟੌਪਿਕ ਸਟਾਰਟ ਕਰਨ ਲੱਗੇ ਹਾਂ। ਚਾਰਜਡ ਐਂਡ ਅਨਚਾਰਜਡ ਬਾਡੀ। ਦੇਖੋ ਆਪਾਂ ਸਟੈਟਿਕ ਇਲੈਕਟ੍ਰਿਸਿਟੀ ਪੜ੍ਹਿਆ। ਸਟੈਟਿਕ ਇਲੈਕਟ੍ਰਿਸਿਟੀ ਮਤਲਬ ਕੀ ਹੈ ਕਿ ਆਪਾਂ ਰੱਬ ਕਰਨਾ ਕੋਈ ਚੀਜ਼ ਨੂੰ, ਤਾਂ ਜਿਹੜੇ ਟਰਾਂਸਫਰ ਹੋਣਗੇ ਇਲੈਕਟ੍ਰੋਨਸ ਟਰਾਂਸਫਰ ਹੋ ਜਾਣਗੇ, ਤਾਂ ਉਹਦੇ ਕਰਕੇ ਸਟੈਟਿਕ ਇਲੈਕਟ੍ਰਿਸਿਟੀ ਹੋਊਗਾ। ਠੀਕ ਹੈ। ਹੁਣ ਜਿਹੜੇ ਵੀ ਆਪਾਂ ਬਾਡੀਜ਼ ਦੇਖਦੇ ਹਾਂ ਆਪਣੇ ਆਸੇ ਪਾਸੇ, ਕੋਈ ਵੀ ਮਟੀਰੀਅਲ ਹੈ, ਕੋਈ ਵੀ ਸਬਸਟਾਂਸ ਹੈ, ਜਾਂ ਤਾਂ ਬਾਡੀ ਚਾਰਜਡ ਹੋ ਸਕਦੀ ਹੈ ਜਾਂ ਅਨਚਾਰਜਡ ਬਾਡੀ ਹੋ ਸਕਦੀ ਹੈ। ਠੀਕ ਹੈ। ਚਾਰਜ ਅਤੇ ਅਨਚਾਰਜ ਬਾਡੀ ਕਿਹੜੀ ਹੁੰਦੀ ਪੜ੍ਹਦੇ ਆਪਾਂ। ਉੱਦਾਂ ਦੀ ਬਾਡੀ ਜਿਹਦੇ ਵਿੱਚ ਕੋਈ ਨਾ ਕੋਈ ਇਲੈਕਟ੍ਰਿਕ ਚਾਰਜ ਹੋਊਗਾ, ਭਲਾ ਉਹ ਪੋਜ਼ੀਟਿਵ ਚਾਰਜ ਹੋਵੇ, ਭਲਾ ਉਹ ਨੈਗੇਟਿਵ ਚਾਰਜ ਹੋਵੇ। ਜਿਹਦੇ ਵਿੱਚ ਕੋਈ ਨਾ ਕੋਈ ਇਲੈਕਟ੍ਰਿਕ ਚਾਰਜ ਹੋਊਗਾ ਉਹਨੂੰ ਆਪਾਂ ਕਹਾਂਗੇ ਉਹ ਚਾਰਜਡ ਬਾਡੀ ਹੈ। ਅਤੇ ਜਿਹੜੀ ਬਾਡੀ ਉੱਪਰ ਕੋਈ ਇਲੈਕਟ੍ਰਿਕ ਚਾਰਜ ਨਹੀਂ ਹੋਊਗਾ, ਨਾ ਪੋਜ਼ੀਟਿਵ ਹੋਵੇ ਨਾ ਨੈਗੇਟਿਵ ਹੋਵੇ, ਤਾਂ ਉਹ ਕਿਹੜੀ ਬਾਡੀ ਹੁੰਦੀ ਹੈ, ਅਨਚਾਰਜਡ ਬਾਡੀ। ਆਪਾਂ ਇਹਦੇ ਪੜ੍ਹਾਂਗੇ ਵੀ ਕਿ ਜਿਹੜੀ ਅਨਚਾਰਜਡ ਬਾਡੀ ਹੈ, ਅਨਚਾਰਜਡ ਬਾਡੀ ਨੂੰ ਆਪਾਂ ਚਾਰਜ ਕਿਵੇਂ ਕਰਨਾ ਹੁੰਦਾ, ਤਾਂ ਉਹ ਚਾਰਜਿੰਗ ਬਾਈ ਫ੍ਰਿਕਸ਼ਨ ਮੈਥਡ, ਇਹ ਸਾਰਾ ਕੁਛ ਪੜ੍ਹ ਰਹੇ ਆਪਾਂ ਇਹਦੇ ਵਿੱਚ। ਠੀਕ ਹੈ। ਕਹਿੰਦੇ ਵੈਸੇ ਜਿਹੜੀਆਂ ਬਾਡੀਜ਼ ਹੁੰਦੀਆਂ ਉਹ ਸਾਰੀਆਂ ਬਾਡੀਜ਼ ਕੀ ਹੁੰਦੀਆਂ, ਅਨਚਾਰਜਡ ਹੁੰਦੀਆਂ। ਕੋਈ ਬਾਡੀ ਉੱਪਰ ਵੈਸੇ ਐਕਚੁਅਲੀ ਕੋਈ ਚਾਰਜ ਨਹੀਂ ਹੁੰਦਾ, ਪੋਜ਼ੀਟਿਵ ਜਾਂ ਨੈਗੇਟਿਵ। ਬਟ ਮੰਨ ਲਓ ਆਪਣੇ ਕੋਲ ਆ ਬਾਡੀ ਹੈ, ਇਹਦੇ ਉੱਪਰ ਕੋਈ ਚਾਰਜ ਨਹੀਂ ਗਾ, ਨਾ ਪੋਜ਼ੀਟਿਵ ਹੈ ਨਾ ਨੈਗੇਟਿਵ ਹੈ। ਠੀਕ ਹੈ। ਮੰਨ ਲਓ ਇਹ ਗਲਾਸ ਰੋਡ ਹੈ, ਇਹ ਗਲਾਸ ਰੋਡ ਹੈ। ਜਦੋਂ ਮੈਂ ਗਲਾਸ ਰੋਡ ਨੂੰ ਸਿਲਕ ਦੇ ਕੱਪੜੇ ਨਾਲ, ਸਿਲਕ ਕਲੋਥ ਨਾਲ ਰੱਬ ਕਰੂੰਗੀ, ਤਾਂ ਰੱਬ ਕਰਨ ਤੋਂ ਬਾਅਦ ਕੀ ਹੋਊਗਾ, ਇਸ ਗਲਾਸ ਰੋਡ ਉੱਪਰ ਪੋਜ਼ੀਟਿਵ ਚਾਰਜ ਆ ਜਾਊਗਾ। ਠੀਕ ਹੈ। ਅਤੇ ਇਸ ਸਿਲਕ ਕਲੋਥ ਉੱਪਰ ਨੈਗੇਟਿਵ ਚਾਰਜ ਆ ਜਾਊਗਾ। ਕਲੀਅਰ। ਤਾਂ ਕੋਈ ਵੀ ਚੀਜ਼ ਨੂੰ ਅਗਰ ਆਪਾਂ ਦੋ ਚੀਜ਼ ਨੂੰ ਕੰਟੈਕਟ ਵਿੱਚ ਲਿਆ ਰਹੇ ਹਾਂ, ਉਹਦੇ ਵਿੱਚ ਫ੍ਰਿਕਸ਼ਨ ਲੈ ਕੇ ਆ ਰਹੇ ਹਾਂ, ਕਿਉਂਕਿ ਫ੍ਰਿਕਸ਼ਨ ਹੀ ਹੈ, ਕਿਉਂਕਿ ਦੋ ਚੀਜ਼ਾਂ ਰਗੜ ਰਹੀਆਂ ਇੱਕ ਦੂਜੇ ਉੱਪਰ। ਠੀਕ ਹੈ। ਤਾਂ ਜਿਹੜੇ ਵੀ ਮਟੀਰੀਅਲ, ਦੇਖੋ ਕੋਈ ਵੀ ਮਟੀਰੀਅਲ ਆਪਾਂ ਇੱਥੇ ਲਿਆ, ਸਾਰੇ ਮਟੀਰੀਅਲ ਵੈਸੇ ਤਾਂ ਅਨਚਾਰਜਡ ਹੁੰਦੇ ਆ। ਜਿਵੇਂ ਮਟੀਰੀਅਲ ਮੰਨ ਲਓ ਆਪਾਂ ਲੈ ਲਿਆ ਗਲਾਸ, ਐਬੇਨੋਇਟ, ਐਂਬਰ, ਪਲਾਸਟਿਕ, ਰਬਰ। ਅਗਰ ਇਹ ਸਾਰੇ ਮਟੀਰੀਅਲਸ ਅਨਚਾਰਜਡ ਹੈ, ਜੇ ਤੁਸੀਂ ਇਹਨਾਂ ਨੂੰ ਚਾਰਜ ਕਰਨਾ ਹੈ ਤਾਂ ਇਹਨਾਂ ਨੂੰ ਰੱਬ ਕਰਨਾ ਪੈਣਾ ਆਪਾਂ ਨੂੰ ਸਿਲਕ, ਵੂਲ, ਫਲੈਨਲ, ਇਹਨਾਂ ਸਾਰੇ ਨਾਲ ਆਪਾਂ ਨੂੰ ਰੱਬ ਕਰਨਾ ਪੈਣਾ, ਤਾਂ ਜੋ ਕਿ ਇਹ ਸਾਰੇ ਉੱਪਰਲੇ ਮਟੀਰੀਅਲ ਹੈ ਜੋ ਇਹ ਕੀ ਹੈ, ਚਾਰਜ ਹੋ ਜਾਣ। ਚਾਰਜ ਨੂੰ ਆਪਾਂ ਦੂਜੀ ਲੈਂਗੁਏਜ ਕਹਿੰਦੇ ਇਲੈਕਟ੍ਰੀਫਾਈਡ ਮੀਨਸ ਇਹਦੇ ਉੱਪਰ ਕੋਈ ਨਾ ਕੋਈ ਇਲੈਕਟ੍ਰਿਕ ਚਾਰਜ ਹੋਵੇ। ਠੀਕ ਹੈ। ਜਦੋਂ ਇਹ ਸਾਰੇ ਆਬਜੈਕਟਸ ਕੀ ਹੈ, ਗਲਾਸ, ਐਬੀਨਟ ਵਗੈਰਾ ਚਾਰਜਡ ਹੋ ਜਾਣਗੇ, ਤਾਂ ਇਹ ਚਾਰਜ ਆਬਜੈਕਟ ਕੀ ਕਰਨਗੇ, ਸਮੋਲ ਬਿਟਸ ਆਫ ਪੇਪਰ ਨੂੰ, ਛੋਟੇ ਛੋਟੇ ਪੇਪਰ ਦੇ ਪੀਸਿਸ ਨੂੰ, ਸਟਰॉ ਨੂੰ ਜਾਂ ਡਰਾਈ ਲੀਵਸ ਨੂੰ ਆਪਦੇ ਵੱਲ ਕੀ ਹੈ, ਖਿੱਚਣਾ ਸ਼ੁਰੂ ਕਰ ਦੇਣਗੇ। ਠੀਕ ਹੈ। ਅਤੇ ਜਦੋਂ ਚਾਰਜ ਪ੍ਰੋਡਿਊਸ ਹੁੰਦਾ ਰਬਿੰਗ 'ਤੇ, ਐਜ਼ ਚਾਰਜ ਇਜ਼ ਪ੍ਰੋਡਿਊਸਡ ਔਨ ਰਬਿੰਗ, ਦੋ ਚੀਜ਼ ਨੂੰ ਆਪਾਂ ਰੱਬ ਕਰਦੇ ਹਾਂ ਉਹਦੇ ਕਰਕੇ ਚਾਰਜ ਪ੍ਰੋਡਿਊਸ ਹੋ ਰਿਹਾ। ਤਾਂ ਇਹ ਜਿਹੜਾ ਆਪਾਂ ਰੱਬ ਕਰਦੇ ਹੁੰਦੇ ਨਾ, ਕਿਸੇ ਚੀਜ਼ ਨੂੰ ਰੱਬ ਕਰ ਰਹੇ ਹਾਂ, ਰੱਬ ਕਰਨ 'ਤੇ ਆਪਾਂ ਕੋਈ ਨਾ ਕੋਈ ਵਰਕ ਕਰ ਰਹੇ ਹਾਂ ਅਗੇਂਸਟ ਫ੍ਰਿਕਸ਼ਨ। ਆਪਾਂ ਫ੍ਰਿਕਸ਼ਨ ਦੇ ਹਿਸਾਬ ਨਾਲ ਹੀ ਵਰਕ ਕਰਦੇ ਹਾਂ ਨਾ, ਜਿਵੇਂ ਅਪੋਜ਼ਿੰਗ ਫੋਰਸ ਜਿਹੜੀ ਲੱਗਦੀ ਪਈ ਹੈ ਇੱਕ, ਤਾਂ ਉਹ ਫ੍ਰਿਕਸ਼ਨ ਕਰਕੇ ਕੀ ਹੈ, ਜਿਹੜੇ ਮਟੀਰੀਅਲ ਆ ਉਹ ਕੀ ਹੈ, ਚਾਰਜ ਹੋ ਜਾਂਦਾ ਹੈ। ਅਤੇ ਇਹ ਪੂਰੇ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ, ਜਾਂ ਤਾਂ ਬੋਲਦੇ ਹਾਂ ਆਪਾਂ ਇਲੈਕਟ੍ਰੀਫਿਕੇਸ਼ਨ ਜਾਂ ਚਾਰਜਿੰਗ ਬਾਈ ਫ੍ਰਿਕਸ਼ਨ। ਠੀਕ ਹੈ। ਨੈਕਸਟ ਟੌਪਿਕ ਆਪਣੇ ਦੇਖੋ, ਜਿਵੇਂ ਆਪਣਾ ਆਹ ਡੇਲੀ ਲਾਈਫ ਐਗਜ਼ਾਮਪਲ ਹੈ, ਇੱਕ ਕੌਂਬ ਲਓ, ਕੌਂਬ ਨੂੰ ਆਪਣੇ ਕੀ ਹੈ, ਡਰਾਈ ਹੇਅਰਸ 'ਤੇ ਰੱਬ ਕਰੋ। ਓਕੇ। ਜਦੋਂ ਆਪਾਂ ਕੌਂਬ ਨੂੰ ਡਰਾਈ ਹੇਅਰਸ 'ਤੇ ਰੱਬ ਕਰਦੇ ਹਾਂ ਤਾਂ ਕੌਂਬ ਉੱਪਰ ਕੀ ਹੈ, ਨੈਗੇਟਿਵ ਚਾਰਜ ਆ ਜਾਂਦਾ, ਮਤਲਬ ਚਾਰਜਿੰਗ ਬਾਈ ਫ੍ਰਿਕਸ਼ਨ ਪ੍ਰੋਡਿਊਸ ਹੋ ਜਾਂਦਾ। ਤਾਂ ਉਹਦੇ ਕਰਕੇ ਕੀ ਹੈ, ਜਿਹੜੇ ਸਮੋਲ ਪੀਸ ਆਫ ਪੇਪਰ ਜਾਂ ਡਰਾਈ ਲੀਵਸ ਵਗੈਰਾ ਨਾ, ਉਹ ਇਹਦੇ ਵੱਲ ਅਟਰੈਕਟ ਹੋਣੇ ਸ਼ੁਰੂ ਹੋ ਜਾਂਦੇ ਆ। ਤਾਂ ਇਸੇ ਕਰਕੇ ਕੀ ਹੈ, ਹੁਣ ਅਨਚਾਰਜ ਤੋਂ ਕੌਂਬ ਪਹਿਲਾਂ ਕੀ ਸੀ, ਅਨਚਾਰਜਡ ਸੀਗਾ, ਉਹਦੇ ਉੱਪਰ ਕੋਈ ਚਾਰਜ ਨਹੀਂ ਸੀਗਾ। ਬਟ ਜਿਵੇਂ ਆਪਾਂ ਬਾਈ ਫ੍ਰਿਕਸ਼ਨ ਉਹਨੂੰ ਚਾਰਜ ਕੀਤਾ, ਬਾਅਦ 'ਚੋਂ ਆਪਾਂ ਨੇ ਕੀ ਹੈ, ਚਾਰਜ ਕਰ ਲਿਆ। ਚਾਰਜ ਕਰਨ ਤੋਂ ਬਾਅਦ ਉਹ ਸਮੋਲ ਬਿਟਸ ਆਫ ਪੇਪਰ ਜਾਂ ਡਰਾਈ ਲੀਵਸ ਨੂੰ ਆਪਦੇ ਵੱਲ ਖਿੱਚਣਾ ਸ਼ੁਰੂ ਕਰਤਾ। ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਇਲੈਕਟ੍ਰਿਕ ਚਾਰਜਿਸ। ਇਲੈਕਟ੍ਰਿਕ ਚਾਰਜਿਸ ਦਾ ਮਤਲਬ ਕੀ ਹੈ, ਬਹੁਤ ਸਾਰੇ ਸਿੰਪਲ ਐਕਸਪੈਰੀਮੈਂਟਸ ਹੋਏ। ਸਿੰਪਲ ਐਕਸਪੈਰੀਮੈਂਟ ਹੋਣ ਤੋਂ ਬਾਅਦ ਇਹ ਫਾਈਂਡ ਆਊਟ ਹੋਇਆ ਕਿ ਹਰੇਕ ਬਾਡੀ ਉੱਪਰ ਜਿਹੜੀ ਵੀ ਚਾਰਜਡ ਬਾਡੀ ਹੋਊਗੀ, ਉਹਦੇ ਉੱਪਰ ਦੋ ਤਰ੍ਹਾਂ ਦੇ ਚਾਰਜ ਹੋਣਗੇ। ਆਈਦਰ ਇਟ ਵਿਲ ਬੀ ਅ ਪੋਜ਼ੀਟਿਵ ਔਰ ਅ ਨੈਗੇਟਿਵ ਚਾਰਜ, ਜਾਂ ਤਾਂ ਉਸ ਬਾਡੀ ਉੱਪਰ ਪੋਜ਼ੀਟਿਵ ਚਾਰਜ ਹੋਊਗਾ ਜਾਂ ਨੈਗੇਟਿਵ ਚਾਰਜ ਹੋਊਗਾ। ਠੀਕ ਹੈ। ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਕਿਵੇਂ ਆਉਂਦੇ ਆ, ਜਦੋਂ ਆਪਾਂ ਗਲਾਸ ਰੋਡ ਨੂੰ ਸਿਲਕ ਨਾਲ ਰੱਬ ਕਰਦੇ ਹਾਂ, ਤਾਂ ਉਸ ਉੱਪਰ ਕੀ ਹੈ, ਗਲਾਸ ਰੋਡ ਉੱਪਰ ਕੀ ਹੈ, ਪੋਜ਼ੀਟਿਵ ਚਾਰਜ ਆ ਜਾਂਦਾ ਹੈ। ਠੀਕ ਹੈ। ਚਾਰਜ ਰਿਕੁਆਇਰਡ ਬਾਈ ਗਲਾਸ ਰੋਡ ਵੈਨ ਰਬਡ ਵਿਦ ਸਿਲਕ ਕਲੋਥ ਇਜ਼ ਅ ਪੋਜ਼ੀਟਿਵ ਚਾਰਜ। ਠੀਕ ਹੈ। ਅਤੇ ਜਦੋਂ ਆਪਾਂ ਐਬੇਨੋਇਟ ਰੋਡ ਨੂੰ ਰੱਬ ਕਰਦੇ ਹਾਂ ਵੂਲ ਨਾਲ, ਤਾਂ ਐਬੇਨੋਇਟ ਰੋਡ ਉੱਪਰ ਕਿਹੜਾ ਚਾਰਜ ਆ ਜਾਂਦਾ ਆਪਣੇ ਕੋਲ, ਨੈਗੇਟਿਵ ਚਾਰਜ। ਕਲੀਅਰ। ਆ ਪੀਸ ਆਫ ਪੇਪਰ ਹੈ ਅਤੇ ਆ ਐਬੇਨੋਇਟ ਰੋਡ ਹੈ। ਐਬੇਨੋਇਟ ਰੋਡ ਨੂੰ ਜਦੋਂ ਆਪਾਂ ਵੂਲ ਨਾਲ ਆਪਾਂ ਕੀ ਹੈ,
ਰੱਬ ਕਰਦੇ ਹਾਂ, ਇਹ ਵੂਲ ਹੈ, ਠੀਕ ਹੈ। ਜਦੋਂ ਆਪਾਂ ਐਬੀਨੋਇਡ ਨਾਲ ਰੱਬ ਕਰਦੇ ਤਾਂ ਐਬੀਨੋਇਡ ਉੱਪਰ ਨੈਗੇਟਿਵ ਚਾਰਜ ਆ ਜਾਂਦਾ ਅਤੇ ਸਿਮਿਲਰਲੀ ਗਲਾਸ ਰੋਡ ਉੱਪਰ ਪੋਜ਼ੀਟਿਵ ਚਾਰਜ ਆ ਜਾਂਦਾ, ਕਲੀਅਰ। ਤਾਂ ਹਰੇਕ ਮਟੀਰੀਅਲ ਉੱਪਰ ਕੀ ਹੈ, ਹਰੇਕ ਸਬਸਟਾਂਸ ਉੱਪਰ ਕੀ ਹੈ, ਦੋ ਤਰ੍ਹਾਂ ਦਾ ਚਾਰਜ ਹੋ ਸਕਦਾ ਹੈ, ਆਈਦਰ ਇਟ ਵਿਲ ਬੀ ਅ ਪੋਜ਼ੀਟਿਵ ਔਰ ਅ ਨੈਗੇਟਿਵ ਚਾਰਜ, ਕਲੀਅਰ। ਨੈਕਸਟ ਆ ਗਿਆ ਜਿਹੜੇ ਹੁਣ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਦਿੱਤੇ ਹੋਏ ਆਪਾਂ ਨੂੰ, ਇਹ ਐਕਚੁਅਲੀ ਪੋਜ਼ੀਟਿਵ ਮੀਨਸ ਪਲੱਸ ਨਹੀਂ ਗਾ ਇੱਥੇ, ਤੁਸੀਂ ਸਮਝੋਗੇ ਪੋਜ਼ੀਟਿਵ ਮੀਨਸ ਪਲੱਸ, ਨੈਗੇਟਿਵ ਮੀਨਸ ਮਾਈਨਸ ਸਾਈਨ, ਇੱਦਾਂ ਨਹੀਂ ਹੁੰਦਾ ਗਾ। ਪੋਜ਼ੀਟਿਵ ਅਤੇ ਨੈਗੇਟਿਵ ਤਾਂ ਵੈਸੇ ਹੀ ਬਸ ਨਾਮ ਲੈ ਲਏ ਗਏ। ਨਾਮ ਕਿਵੇਂ ਲਏ, ਕਿਹੜੇ ਹਿਸਾਬ ਨਾਲ ਨਾਮ ਲਏ, ਇੱਥੇ ਸਮਝਾਇਆ ਇਹਨਾਂ ਨੇ ਕਿ ਜਿਹੜਾ ਐਬੀਨੋਇਡ ਹੈ, ਜਿਹੜੇ ਆਪਾਂ ਐਬੀਨੋਇਡ ਦੀ ਰੋਡ ਲੈ ਰਹੇ ਹਾਂ, ਐਕਚੁਅਲੀ ਉਸ ਐਬੀਨੋਇਡ ਰੋਡ ਦੇ ਵਿੱਚ ਰੈਜ਼ਿਨ ਹੁੰਦਾ ਹੈ। ਰੈਜ਼ਿਨ ਇੱਕ ਮਟੀਰੀਅਲ ਦਾ ਨਾਮ ਹੈ ਜਿਹਨੂੰ ਜੋੜ ਕੇ ਐਬੀਨੋਇਡ ਰੋਡ ਬਣੀ ਹੁੰਦੀ ਹੈ, ਠੀਕ ਹੈ। ਤਾਂ ਜਿਹੜਾ ਚਾਰਜ ਐਬੀਨੋਇਡ ਰੋਡ ਲੈਂਦਾ ਹੈ ਵੂਲ ਦੀ ਵਜ੍ਹਾ ਨਾਲ, ਕਿਉਂਕਿ ਐਬੀਨੋਇਡ ਰੋਡ ਉੱਪਰ ਜਦੋਂ ਵੂਲ ਨੂੰ ਰੱਬ ਕਰਦੇ ਆ ਉਹਦੇ ਉੱਪਰ ਨੈਗੇਟਿਵ ਚਾਰਜ ਹੁੰਦਾ ਨਾ, ਐਕਚੁਅਲੀ ਉਹ ਨੈਗੇਟਿਵ ਚਾਰਜ ਨਹੀਂ ਹੁੰਦਾ, ਉਹਨੂੰ ਰੱਬ ਕਰਦੇ ਆ ਜਦੋਂ ਤਾਂ ਉਹਦੇ ਉੱਪਰ ਇੱਕ ਰੈਜ਼ੀਨੀਅਸ ਇੱਕ ਨਾਮ ਦੀ ਚੀਜ਼ ਆ ਜਾਂਦੀ ਹੈ। ਰੈਜ਼ੀਨਸ ਨੂੰ ਆਪਾਂ ਬਾਅਦ ਵਿੱਚ ਗਿਲਬਰਟ ਨੇ ਕਿਹਾ ਸੀਗਾ ਕਿ ਉਹ ਨੈਗੇਟਿਵ ਚਾਰਜ ਹੁੰਦਾ ਹੈ। ਐਕਚੁਅਲੀ ਕੀ ਹੁੰਦਾ ਹੈ, ਐਬੀਨੋਇਡ ਵਿੱਚ ਰੈਜ਼ਿਨ ਹੁੰਦਾ ਹੈ, ਰੈਜ਼ਿਨ ਜਦੋਂ ਵੂਲ ਨਾਲ ਰੱਬ ਹੁੰਦਾ ਹੈ ਤਾਂ ਉਹਦੇ ਉੱਪਰ ਰੈਜ਼ੀਨਸ ਬਣ ਜਾਂਦਾ ਹੈ, ਤਾਂ ਉਹ ਰੈਜ਼ੀਨਸ ਨੂੰ ਹੌਲੀ ਹੌਲੀ ਨੈਗੇਟਿਵ ਚਾਰਜ ਕਰਨਾ ਸ਼ੁਰੂ ਕਰਤਾ, ਠੀਕ ਹੈ। ਇਨ ਦਾ ਸਿਮਿਲਰ ਮੈਨਰ ਜਿਹੜੀ ਗਲਾਸ ਰੋਡ ਹੈ, ਗਲਾਸ ਰੋਡ ਜਿਹੜੀ ਹੁੰਦੀ ਹੈ ਉਹ ਵਿਟਰਸ ਹੁੰਦੀ ਹੈ, ਠੀਕ ਹੈ। ਅਤੇ ਜਦੋਂ ਗਲਾਸ ਰੋਡ ਨੂੰ ਆਪਾਂ ਸਿਲਕ ਕਲੋਥ ਨਾਲ ਰੱਬ ਕਰਦੇ ਹਾਂ ਉਹਦੇ ਉੱਪਰ ਵਿਟਰਸ ਬਣ ਜਾਂਦਾ ਹੈ। ਵਿਟਰਸ ਨੂੰ ਬਾਅਦ ਚੋਂ ਗਿਲਬਰਟ ਨੇ ਕੀ ਕਿਹਾ ਸੀਗਾ, ਪੋਜ਼ੀਟਿਵ ਚਾਰਜ, ਠੀਕ ਹੈ। ਤਾਂ ਇੱਥੇ ਪੋਜ਼ੀਟਿਵ ਜਾਂ ਨੈਗੇਟਿਵ ਚਾਰਜ ਹੈ ਜਿਹੜਾ ਉਹ ਪਲੱਸ ਜਾਂ ਮਾਈਨਸ ਨੀਗਾ, ਉਹ ਬਸ ਸਿਰਫ ਨਾਮ ਲਏ ਹੋਇਆ, ਸਿੰਪਲੀ ਵੈਸੇ ਨਾਮ ਲੈ ਲਏ ਪੋਜ਼ੀਟਿਵ ਅਤੇ ਨੈਗੇਟਿਵ, ਬਟ ਐਕਚੁਅਲੀ ਵੂਲ ਉੱਪਰ ਐਬੀਨੋਇਡ ਰੋਡ ਉੱਪਰ ਹੁੰਦਾ ਰੈਜ਼ਨ ਜਾਂ ਰੈਜ਼ੀਨਸ ਅਤੇ ਗਲਾਸ ਰੋਡ ਉੱਪਰ ਹੁੰਦਾ ਵਿਟਰਸ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਇਲੈਕਟ੍ਰੋਸਟੈਟਿਕ ਅਟਰੈਕਸ਼ਨ ਐਂਡ ਰਿਪਲਸ਼ਨ। ਜਿਵੇਂ ਆਪਾਂ ਮੈਗਨੇਟਸ ਦੇ ਕੇਸ ਵਿੱਚ ਕੀਤਾ ਸੀ ਨਾ, ਮੈਗਨੇਟ ਦੇ ਕੇਸ ਵਿੱਚ ਕੀ ਸੀਗਾ ਕਿ ਜਦੋਂ ਆਪਾਂ ਦੋ ਲਾਈਕ ਪੋਲਸ ਲੈ ਕੇ ਜਾਂਦੇ ਹਾਂ, ਦੋ ਸੇਮ ਪੋਲਸ ਲੈ ਕੇ ਜਾਂਦੇ ਹਾਂ ਤਾਂ ਉਹ ਰਿਪੈਲ ਕਰਦੇ ਹੈ। ਜਦੋਂ ਆਪਾਂ ਆਪੋਜ਼ਿਟ ਪੋਲਸ ਲੈ ਕੇ ਜਾਂਦੇ ਹਾਂ ਜਾਂ ਅਨਲਾਈਕ ਪੋਲਸ ਲੈ ਕੇ ਜਾਂਦੇ ਹਾਂ ਉਹ ਅਟਰੈਕਟ ਕਰਦੇ ਆ। ਇਹ ਚੀਜ਼ ਪੜ੍ਹੀ ਸੀ ਨਾ ਆਪਾਂ ਮੈਗਨੇਟ ਦੇ ਕੇਸ ਵਿੱਚ। ਸਿਮਿਲਰਲੀ ਆਪਣੇ ਕੋਲ ਕੀ ਹੈ, ਇਹ ਚਾਰਜਿਸ ਦੇ ਕੇਸ ਵਿੱਚ ਵੀ ਹੁੰਦਾ ਹੈ, ਇਲੈਕਟ੍ਰਿਕ ਚਾਰਜਿਸ ਦੇ ਕੇਸ ਵਿੱਚ ਵੀ। ਜੇ ਆਪਾਂ ਦੋ ਸੇਮ ਚਾਰਜ, ਮੰਨ ਲਓ ਮੈਂ ਦੋ ਪੋਜ਼ੀਟਿਵ ਚਾਰਜ ਕੋਲੇ ਲੈ ਕੇ ਜਾ ਰਹੀ ਹਾਂ ਤਾਂ ਸੇਮ ਔਰ ਲਾਈਕ ਚਾਰਜਿਸ ਰਿਪੈਲ ਈਚ ਅਦਰ, ਤਾਂ ਇੱਥੇ ਕੀ ਸ਼ੋ ਹੋ ਰਿਹਾ ਆਪਣੇ ਕੋਲ, ਰਿਪਲਸ਼ਨ, ਠੀਕ ਹੈ। ਸੇਮ ਉਵੇਂ ਸਿਮਿਲਰਲੀ ਜੇ ਮੈਂ ਨੈਗੇਟਿਵ ਚਾਰਜ ਨੂੰ ਕੋਲ ਲੈ ਕੇ ਆ ਰਹੀ ਹਾਂ ਤਾਂ ਉੱਥੇ ਵੀ ਰਿਪੈਲ ਹੋਊਗਾ, ਠੀਕ ਹੈ। ਲਾਈਕ ਚਾਰਜਿਸ ਰਿਪੈਲ ਈਚ ਅਦਰ। ਜੇ ਮੈਂ ਆਪੋਜ਼ਿਟ ਚਾਰਜਿਸ ਨੂੰ ਕੋਲ ਲੈ ਕੇ ਆ ਰਹੀ ਹਾਂ ਪਲੱਸ ਜਾਂ ਮਾਈਨਸ ਨੂੰ, ਤਾਂ ਉਹ ਦੋਨੋਂ ਕੀ ਕਰਨਗੇ, ਅਟਰੈਕਟ ਕਰਨਗੇ ਇੱਕ ਦੂਜੇ ਨੂੰ। Opposite charges or unlike charges attract each other and like charges repel each other, ठीक है। ਤਾਂ ਇਹ ਹੁੰਦੀ ਹੈ ਇਲੈਕਟ੍ਰੋਸਟੈਟਿਕ ਅਟਰੈਕਸ਼ਨ ਜਾਂ ਰਿਪਲਸ਼ਨ, ਸੇਮ ਐਜ਼ ਦੈਟ ਆਫ ਮੈਗਨੇਟ। ਨੈਕਸਟ ਆ ਗਿਆ ਆਪਣੇ ਕੋਲ ਜਿਹੜੀ ਚਾਰਜਡ ਬਾਡੀ ਹੁੰਦੀ ਹੈ, ਕੋਈ ਵੀ ਬਾਡੀ ਹੈ, ਮੰਨ ਲਓ ਆਪਣੇ ਕੋਲ ਮਟੀਰੀਅਲ ਹੈ ਕੋਈ ਵੀ, ਇਹ ਚਾਰਜਡ ਹੈ। ਚਾਰਜ ਮੀਨਸ ਫॉर ਐਗਜ਼ਾਮਪਲ ਇਹ 'ਚ ਪੋਜ਼ੀਟਿਵ ਚਾਰਜ ਹੈ ਸਾਰੇ, ਠੀਕ ਹੈ। ਇਹ ਚਾਰਜ ਬਾਡੀ ਕੀ ਕਰੂਗੀ, ਕੋਈ ਵੀ ਅਨਚਾਰਜਡ ਬਾਡੀ ਪਈ ਹੈ ਜਾਂ ਕੋਈ ਵੀ ਆਪੋਜ਼ਿਟਲੀ ਚਾਰਜਡ ਬਾਡੀ ਪਈ ਹੈ, ਮੰਨ ਲਓ ਆਪੋਜ਼ਿਟਲੀ ਚਾਰਜ ਬਾਡੀ ਆ ਪਈ ਹੈ, ਇਹ ਦੋਨਾਂ ਨੂੰ ਅਟਰੈਕਟ ਕਰੂਗੀ। ਚਾਰਜ ਬਾਡੀ ਜਾਂ ਤਾਂ ਅਨਚਾਰਜ ਨੂੰ ਵੀ ਅਟਰੈਕਟ ਕਰ ਸਕਦੀ ਹੈ, ਆਪਦੇ ਵੱਲ ਖਿੱਚ ਲੂਗੀ ਅਨਚਾਰਜ ਬਾਡੀ ਨੂੰ ਵੀ, ਜਾਂ ਆਪੋਜ਼ਿਟ ਚਾਰਜ ਨੂੰ ਵੀ ਆਪਦੇ ਵੱਲ ਅਟਰੈਕਟ ਕਰ ਸਕਦੀ ਹੈ। ਆਪੋਜ਼ਿਟ ਚਾਰਜ ਵੀ ਇਹਦੇ ਵੱਲ ਅਟਰੈਕਟ ਹੋ ਸਕਦਾ, ਠੀਕ ਹੈ। ਬਟ ਜਿਹੜੀ ਚਾਰਜ ਬਾਡੀ ਹੈ ਜਾਂ ਜਿਹੜੀ ਹੋਰ ਚਾਰਜ ਬਾਡੀ ਹੈ, ਕੋਈ ਇੱਕ ਹੋਰ ਲਈ ਆਪਾਂ ਚਾਰਜ ਬਾਡੀ, ਇਹ ਚਾਰਜ ਬਾਡੀ ਕੀ ਕਰੂਗੀ, ਇੱਥੇ ਦਾ ਅਟਰੈਕਸ਼ਨ ਸ਼ੋ ਹੋ ਰਹੀ ਹੈ ਨਾ ਕਿ ਅਟਰੈਕਟ ਕਿਹਨੂੰ ਕਰ ਰਹੀ ਹੈ, ਇਹ ਰਿਪੈਲ ਕਿਹਨੂੰ ਕਰੂਗੀ, ਇਹ ਰਿਪੈਲ ਸਿਰਫ ਉਹ ਚੀਜ਼ ਨੂੰ ਕਰੂਗੀ ਜਿਹੜੇ ਮਟੀਰੀਅਲ ਉੱਪਰ ਸੇਮ ਚਾਰਜ ਹੋਊਗਾ। ਮੰਨ ਲਓ ਕਿ ਮੈਂ ਸੇਮ ਚਾਰਜ ਦੀ ਬਾਡੀ ਇਸ ਬਾਡੀ ਕੋਲ ਲੈ ਕੇ ਆ ਰਹੀ ਹਾਂ, ਮੰਨ ਲਓ ਆ ਏ ਹੈ ਆ ਬੀ ਹੈ, ਜੇ ਮੈਂ ਏ ਕੋਲ ਆ ਏ ਮਟੀਰੀਅਲ ਕੋਲ ਬੀ ਲੈ ਕੇ ਆ ਰਹੀ ਹਾਂ ਤਾਂ ਸੇਮ ਚਾਰਜਿਸ ਲਾਈਕ ਚਾਰਜਿਸ ਰਿਪੈਲ ਈਚ ਅਦਰ, ਤਾਂ ਇਹ ਦੋਨੋਂ ਰਿਪੈਲ ਕਰਨਗੇ। ਰਿਪਲਸ਼ਨ ਸਿਰਫ ਹੋਊਗੀ ਸੇਮ ਚਾਰਜਿਸ ਦੇ ਕੇਸ 'ਚ, ਭਲਾ ਪੋਜ਼ੀਟਿਵ ਹੈ, ਭਲਾ ਉਹ ਨੈਗੇਟਿਵ ਇਕੱਠੇ ਆ ਰਹੇ ਆ, ਤਾਂ ਰਿਪਲਸ਼ਨ ਹਮੇਸ਼ਾ ਸੇਮ ਚਾਰਜਿਸ 'ਚ ਹੋਊਗੀ। ਬਟ ਅਟਰੈਕਸ਼ਨ ਕਿੱਥੇ ਹੋਊਗੀ, ਜਾਂ ਤਾਂ ਅਨਚਾਰਜ ਬਾਡੀ 'ਚ ਵੀ ਅਟਰੈਕਸ਼ਨ ਹੋ ਸਕਦੀ ਹੈ ਜਾਂ ਆਪੋਜ਼ਿਟਲੀ ਚਾਰਜ ਵਿੱਚ ਵੀ ਅਟਰੈਕਸ਼ਨ ਹੋ ਸਕਦੀ ਹੈ, ਠੀਕ ਹੈ। ਇਹ ਗੱਲ ਧਿਆਨ 'ਚ ਰੱਖਣੀ ਹੈ। ਨੈਕਸਟ ਆ ਗਿਆ ਆਪਣੇ ਕੋਲ ਰਿਪਲਸ਼ਨ ਇਜ਼ ਦਾ ਸ਼ੋਰ ਟੈਸਟ ਆਫ ਇਲੈਕਟ੍ਰੀਫਿਕੇਸ਼ਨ। ਰਿਪਲਸ਼ਨ ਸ਼ੋਰ ਟੈਸਟ ਹੈ। ਕਿਵੇਂ ਸ਼ੋਰ ਟੈਸਟ ਹੈ, ਮੰਨ ਲਓ ਆਪਣੇ ਕੋਲ ਇੱਕ ਬਾਡੀ ਹੈ ਜਿਹਦੇ ਉੱਪਰ ਨੈਗੇਟਿਵ ਚਾਰਜ ਹੈ ਇੱਦਾਂ, ਠੀਕ ਹੈ। ਹੁਣ ਮੇਰੇ ਕੋਲ ਇੱਕ ਮਟੀਰੀਅਲ ਪਿਆ,
ये मैं मटीरियल चैक करना है कि ये मटीरियल है जिहड़ा ये चार्जड है कि अनचार्जड है। ठीक है, मटीरियल चैक करना है भी चार्जड है कि अनचार्जड है, क्योंकि मैनू समझ नहीं आ रहा चार्ज है कि अनचार्ज है। ਤਾਂ ਇਹ ਮਟੀਰੀਅਲ ਕੀ ਹੈ, ਜੇ ਤਾਂ ਇਹ ਮਟੀਰੀਅਲ ਭਲਾ ਚਾਰਜਡ ਹੈ ਭਲਾ ਅਨਚਾਰਜਡ ਹੈ। ਚਾਰਜ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਨੂੰ ਐਕਚੁਅਲੀ ਪਤਾ ਨਹੀਂ ਹੈ, ਬਟ ਫੋਰ ਐਗਜ਼ਾਮਪਲ ਇਹ ਪੋਜ਼ੀਟਿਵਲੀ ਚਾਰਜਡ ਹੈ, ਤਾਂ ਇਹ ਸ਼ੋਰਲੀ ਕੀ ਅਟਰੈਕਟ ਹੋਊਗਾ ਨੈਗੇਟਿਵ ਚਾਰਜ ਵੱਲ। ਭਲਾ ਇਹ ਅਨਚਾਰਜ ਹੈ, ਮੈਂ ਤੁਹਾਨੂੰ ਕਿਹਾ ਸੀ ਨਾ ਅਨਚਾਰਜ ਬਾਡੀ ਵੀ ਅਟਰੈਕਟ ਹੁੰਦੀ ਹੈ ਕੋਈ ਵੀ ਚਾਰਜ ਬਾਡੀ ਵੱਲ। ਤਾਂ ਅਟਰੈਕਸ਼ਨ ਥਰੂ ਤਾਂ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਬਾਡੀ ਚਾਰਜਡ ਹੈ ਕਿ ਅਨਚਾਰਜਡ ਹੈ, ਕਿਉਂਕਿ ਚਾਰਜ ਹੋਊਗੀ ਤਾਂ ਵੀ ਅਟਰੈਕਟ ਹੋ ਜੂਗੀ, ਅਨਚਾਰਜ ਹੋਊਗੀ ਤਾਂ ਵੀ ਅਟਰੈਕਟ ਹੋ ਜੂਗੀ। ਮੈਨੂੰ ਤਾਂ ਪਤਾ ਕਰਾਉਣਾ ਕਿ ਚਾਰਜ ਹੈ ਕਿ ਅਨਚਾਰਜ ਹੈ। ਤਾਂ ਦੂਜਾ ਕੇਸ ਕੀ ਹੈ ਕਿ ਜੇ ਤਾਂ ਇਹ ਬਾਡੀ ਇਹਦੇ ਕੋਲ ਜਾਣ 'ਤੇ ਇਹਨੂੰ ਰਿਪੈਲ ਕਰਨਾ ਸ਼ੁਰੂ ਕਰ ਦੇ, ਇਹਨਾਂ ਤੋਂ ਦੂਰ ਜਾਣਾ ਸ਼ੁਰੂ ਕਰ ਦੇ। ਦੂਰ ਤਾਂ ਹੀ ਜਾਊਗੀ ਜੇ ਇਹਦੇ ਉੱਪਰ ਵੀ ਸੇਮ ਚਾਰਜ ਹੋਊਗਾ ਉਹਦੇ ਨਾਲ ਦਾ। ਠੀਕ ਹੈ, ਤਾਂ ਇੱਥੇ ਹੁਣ ਆਪਾਂ ਨੂੰ ਪਤਾ ਚੱਲ ਗਿਆ ਬਾਈ ਰਿਪਲਸ਼ਨ ਕਿ ਹਾਂ ਇਹ ਬਾਡੀ ਚਾਰਜਡ ਹੈ, ਤਾਂ ਹੀ ਇਹ ਬਾਡੀ ਰਿਪੈਲ ਕਰਦੀ ਪਈ ਹੈ ਉਹਨਾਂ ਤੋਂ। ਤਾਂ ਰਿਪਲਸ਼ਨ ਹੀ ਹੈ ਜਿਹੜਾ ਸ਼ੋਰ ਟੈਸਟ ਹੈ ਇਲੈਕਟ੍ਰੀਫਿਕੇਸ਼ਨ ਦਾ। ਠੀਕ ਹੈ, ਮੈਗਨੇਟਿਜ਼ਮ ਵਿੱਚ ਵੀ ਰਿਪਲਸ਼ਨ ਸ਼ੋਰੈਸਟ ਟੈਸਟ ਹੈ ਅਤੇ ਇਲੈਕਟ੍ਰੀਫਿਕੇਸ਼ਨ ਵਿੱਚ ਵੀ ਰਿਪਲਸ਼ਨ ਸ਼ੋਰੈਸਟ ਟੈਸਟ ਹੈ। ਕਲੀਅਰ। ਇਹਨਾਂ ਨੇ ਐਗਜ਼ਾਮਪਲ ਲੈ ਕੇ ਸਮਝਾਇਆ ਹੋਇਆ, ਵੈਨ ਅ ਗਿਵਨ ਬਾਡੀ ਏ ਇਜ਼ ਬ੍ਰੌਟ ਨੀਅਰ ਦਾ ਚਾਰਜਡ ਬਾਡੀ ਬੀ। ਕੋਈ ਵੀ ਚਾਰਜਡ ਬਾਡੀ ਬੀ ਹੈ, ਇਹਦੇ ਉੱਪਰ ਕੋਈ ਵੀ ਚਾਰਜ ਹੈ, ਮੰਨ ਲਓ ਪੋਜ਼ੀਟਿਵ ਚਾਰਜ ਹੈ। ਜਦੋਂ ਏ ਬਾਡੀ ਕੀ ਹੈ ਬੀ ਦੇ ਕੋਲ ਜਾਊਗੀ, ਇਟ ਇਜ਼ ਅਟਰੈਕਟਡ ਟੂਵਰਡ ਦਾ ਚਾਰਜਡ ਬਾਡੀ, ਤਾਂ ਸ਼ੋਰਲੀ ਇਹ ਬਾਡੀ ਕੀ ਹੈ ਬੀ ਵੱਲ ਅਟਰੈਕਟ ਹੋਊਗੀ। ਭਲਾ ਇਹ ਚਾਰਜ ਹੋਵੇ ਭਲਾ ਅਨਚਾਰਜ ਹੋਵੇ, ਇਹਨੇ ਅਟਰੈਕਟ ਹੋ ਜਾਣਾ। ਠੀਕ ਹੈ, ਵੀ ਕੈਨ ਨਾਟ ਸੇ ਵਿਦ ਸ਼ੋਰਟੀ ਦੈਟ ਏ ਇਜ਼ ਚਾਰਜਡ ਔਰ ਅਨਚਾਰਜ। ਤਾਂ ਆਪਾਂ ਸ਼ੋਰਟੀ ਨਾਲ ਨਹੀਂ ਕਹਿ ਸਕਦੇ ਕਿ ਅਟਰੈਕਟ ਤਾਂ ਭਲਾ ਹੋਊਗੀ ਪਰ ਇਹ ਚਾਰਜ ਹੈ ਕਿ ਅਨਚਾਰਜ ਹੈ। ਇਟ ਇਜ਼ ਬਿਕੋਜ਼ ਬਾਡੀ ਏ ਵਿਲ ਬੀ ਅਟਰੈਕਟਡ ਬਾਈ ਦਾ ਬਾਡੀ ਬੀ ਆਈਦਰ ਇਜ਼ ਆਪੋਜ਼ਿਟਲੀ ਚਾਰਜ ਔਰ ਅਨਚਾਰਜ। ਏ ਬਾਡੀ ਬੀ ਵੱਲ ਅਟਰੈਕਟ ਹੋ ਹੀ ਜਾਣੀ ਹੈ, ਭਲਾ ਉਹ ਚਾਰਜ ਹੋਵੇ ਭਲਾ ਉਹ ਅਨਚਾਰਜ ਹੋਵੇ। ਬਟ ਜੇ ਸੇਮ ਐਕਸਪੈਰੀਮੈਂਟ ਆਪਾਂ ਕਰੀਏ ਤਾਂ ਸੇਮ ਐਕਸਪੈਰੀਮੈਂਟ ਏ ਹੈ ਜਿਹੜਾ ਬੀ ਕੋਲ ਜਾਣ 'ਤੇ ਰਿਪਲਸਿਵ ਫੋਰਸ ਸ਼ੋ ਕਰੇ, ਤਾਂ ਰਿਪਲਸਿਵ ਫੋਰਸ ਸ਼ੋ ਕਰਨ 'ਤੇ ਉਹ ਸ਼ੋਰ ਹੋ ਜਾਊਗਾ ਕਿ ਸੇਮ ਚਾਰਜਿਸ ਇਕੱਠੇ ਆ ਰਹੇ ਸੀ ਤਾਂ ਰਿਪੈਲ ਹੋ ਰਹੇ ਹੈ। ਤਾਂ ਮੀਨਸ ਉੱਥੇ ਸ਼ੋ ਹੋ ਜਾਊਗਾ ਕਿ ਇਹ ਦੇ ਵਿੱਚ ਚਾਰਜ ਹੈਗਾ ਕਿ ਨਹੀਂ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਕੰਜ਼ਰਵੇਸ਼ਨ ਆਫ ਇਲੈਕਟ੍ਰਿਕ ਚਾਰਜ। ਜਿਵੇਂ ਆਪਣੇ ਕੋਲ ਹੁੰਦਾ ਹਰੇਕ ਚੀਜ਼ ਕੰਜ਼ਰਵਡ ਹੁੰਦੀ ਹੈ, ਮਾਸ ਵੀ ਕੰਜ਼ਰਵਡ ਹੈ, ਐਨਰਜੀ ਵੀ ਕੰਜ਼ਰਵਡ ਆਪਣੇ ਨੇਚਰ ਦੇ ਵਿੱਚ। ਸਿਮਿਲਰਲੀ ਜਿਹੜੇ ਆਪਣੇ ਇਲੈਕਟ੍ਰਿਕ ਚਾਰਜਿਸ ਹੈ ਦੈਟ ਇਜ਼ ਪੋਜ਼ੀਟਿਵ ਜਾਂ ਨੈਗੇਟਿਵ ਚਾਰਜ ਹੈ, ਉਹ ਵੀ ਹਮੇਸ਼ਾ ਕੰਜ਼ਰਵਡ ਰਹਿੰਦੇ ਆ। ਇਲੈਕਟ੍ਰਿਕ ਚਾਰਜ ਨਾਈਦਰ ਵੀ ਕ੍ਰੀਏਟਡ, ਨਾ ਹੀ ਤਾਂ ਆਪਾਂ ਚਾਰਜ ਨੂੰ ਬਣਾ ਸਕਦੇ ਨਾ ਹੀ ਉਹਨੂੰ ਆਪਾਂ ਡਿਸਟਰੋਏ ਕਰ ਸਕਦੇ ਹਾਂ, ਬਟ ਆਪਾਂ ਕੀ ਹੈ ਟੋਟਲ ਸਮ ਆਫ ਚਾਰਜਿਸ ਆ ਜਿਹੜਾ ਉਹ ਕੰਜ਼ਰਵਡ ਰਹਿੰਦਾ। ਫੋਰ ਐਗਜ਼ਾਮਪਲ ਕਿਵੇਂ ਤੁਸੀਂ ਕਹੋਗੇ ਕਿ ਹੁਣ ਆਪਾਂ ਗਲਾਸ ਰੋਡ ਉੱਪਰ ਆਪ ਹੀ ਕ੍ਰੀਏਟ ਕੀਤਾ ਸੀ ਪੋਜ਼ੀਟਿਵ ਚਾਰਜ, ਬਟ ਐਕਚੁਅਲੀ ਉਹ ਆਪ ਨਹੀਂ ਕ੍ਰੀਏਟ ਹੋਇਆ। ਦੇਖੋ ਐਗਜ਼ਾਮਪਲ ਨਾਲ ਕਿਵੇਂ ਕ੍ਰੀਏਟ ਹੋਇਆ ਉਹ। ਵੈਨ ਵੀ ਹੈਵ ਅ ਗਲਾਸ ਰੋਡ ਐਂਡ ਸਿਲਕ ਕਲੋਥ, ਜਦੋਂ ਆਪਣੇ ਕੋਲ ਗਲਾਸ ਰੋਡ ਅਤੇ ਸਿਲਕ ਕਲੋਥ ਹੈ, ਦੇਖੋ ਆ ਗਲਾਸ ਰੋਡ ਹੈ, ਇਹਦੇ ਉੱਪਰ ਮੈਂ ਸਿਲਕ ਕਲੋਥ ਨਾਲ ਰੱਬ ਕਰੂੰਗੀ। ਇਨੀਸ਼ੀਅਲੀ ਬੋਥ ਆਫ ਦੈਮ ਆਰ ਅਨਚਾਰਜ। ਇਨੀਸ਼ੀਅਲੀ ਕੀ ਹੈ ਗਲਾਸ ਰੋਡ ਅਤੇ ਸਿਲਕ, ਆ ਗਲਾਸ ਹੈ ਅਤੇ ਆ ਸਿਲਕ ਹੈ, ਦੋਨੋਂ ਕੀ ਹੈ ਅਨਚਾਰਜਡ ਹੈ, ਇਹਨਾਂ ਉੱਪਰ ਕੋਈ ਚਾਰਜ ਨਹੀਂ ਗਾ। ਸੋ ਦਾ ਸਮ ਆਫ ਟੋਟਲ ਚਾਰਜਿਸ ਇਜ਼ ਜ਼ੀਰੋ, ਤਾਂ ਦੋਨਾਂ ਉੱਪਰ ਚਾਰਜ ਕਿਹੜਾ ਜ਼ੀਰੋ, ਨਾ ਇਹਦੇ ਉੱਪਰ ਕੋਈ ਚਾਰਜ ਨਾ ਇਹਦੇ ਉੱਪਰ ਕੋਈ ਚਾਰਜ, ਮੀਨਸ ਜ਼ੀਰੋ। ਆਫਟਰ ਰਬਿੰਗ ਦਾ ਗਲਾਸ ਰੋਡ ਵਿਦ ਸਿਲਕ ਕਲੋਥ, ਜਦੋਂ ਮੈਂ ਗਲਾਸ ਰੋਡ ਨੂੰ ਸਿਲਕ ਦੇ ਨਾਲ ਰੱਬ ਕਰੂੰਗੀ, ਦਾ ਗਲਾਸ ਰੋਡ ਇਕਵਾਇਰ ਸਮ ਪੋਜ਼ੀਟਿਵ ਚਾਰਜ। ਇਹ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਆਪਾਂ ਸਿਲਕ ਕਲੋਥ ਨੂੰ ਗਲਾਸ ਨਾਲ ਰੱਬ ਕਰਾਂਗੇ ਤਾਂ ਗਲਾਸ ਉੱਪਰ ਕੀ ਹੈ ਕੁਛ ਕੁ ਪੋਜ਼ੀਟਿਵ ਚਾਰਜ ਆ ਜਾਣਗੇ। ਐਜ਼ ਅ ਟੋਟਲ ਸਮ ਆਫ ਚਾਰਜਿਸ ਸ਼ੁੱਡ ਈਵਨ ਨਾਓ ਬੀ ਜ਼ੀਰੋ। ਹੁਣ ਇਹ ਨਹੀਂ ਕਿ ਇੱਥੇ ਪੋਜ਼ੀਟਿਵ ਆ ਗਿਆ ਅਤੇ ਪਿੱਛੇ ਕੁਛ ਬਚਿਆ ਹੀ ਨਹੀਂ, ਇੱਦਾਂ ਨਹੀਂ ਹੁੰਦਾ। ਜੇ ਗਲਾਸ ਰੋਡ ਉੱਪਰ ਆਪਾਂ ਸਿਲਕ ਨੂੰ ਰੱਬ ਕੀਤਾ ਹੈ, ਜਿੰਨੇ ਪੋਜ਼ੀਟਿਵ ਚਾਰਜ ਗਲਾਸ ਰੋਡ 'ਤੇ ਆਉਣਗੇ ਸੇਮ ਨੰਬਰ ਆਫ ਨੈਗੇਟਿਵ ਚਾਰਜ ਸਿਲਕ ਕਲੋਥ 'ਤੇ ਆ ਜਾਣਗੇ। ਜੇ 4 ਮੰਨ ਲਓ ਗਲਾਸ ਰੋਡ 'ਤੇ ਗਏ ਹੈ ਤਾਂ 4 ਹੀ ਕੀ ਹੈ ਸਿਲਕ ਕਲੋਥ 'ਤੇ ਰਹਿ ਜਾਣਗੇ। ਤਾਂ ਇੱਥੇ ਹੁਣ ਟੋਟਲ ਸਮ ਜ਼ੀਰੋ ਹੋ ਗਈ, +4 -4 0। ਠੀਕ ਹੈ, ਦ ਸਿਲਕ ਕਲੋਥ ਮਸਟ ਹੈਵ ਐਕਵਾਇਰਡ ਇਕੁਅਲ ਅਮਾਊਂਟ ਆਫ ਨੈਗੇਟਿਵ ਚਾਰਜ। ਤਾਂ ਸਿਲਕ ਕਲੋਥ ਕੀ ਕੋਲ ਕੀ ਹੈ ਪੱਕਾ ਹੀ ਕੋਈ ਨਾ ਕੋਈ ਸੇਮ ਨੰਬਰ ਆਫ ਆਪੋਜ਼ਿਟਲੀ ਚਾਰਜ ਆ ਗਏ ਹੋਣਗੇ। ਸਿਮਿਲਰਲੀ ਜੇ ਤੁਸੀਂ ਐਬੀਨਾਈਟ ਰੋਡ ਲਾਉਂਗੇ, ਇੱਥੇ ਮੈਂ ਲਗਾ ਰਹੀ ਹਾਂ ਐਬੀਨਾਈਟ ਰੋਡ ਲਾਉਂਗੇ, ਉਹਨੂੰ ਵੂਲ ਨਾਲ ਕਰੋਗੇ ਰੱਬ, ਤਾਂ ਐਬੀਨਾਈਟ ਰੋਡ ਉੱਪਰ ਨੈਗੇਟਿਵ ਚਾਰਜ ਆ ਜਾਂਦਾ ਨਾ। ਜਿੰਨਾ ਐਬੀਨਾਈਟ ਰੋਡ ਕੋਲ ਨੈਗੇਟਿਵ ਚਾਰਜ ਆਊਗਾ ਓਨਾ ਹੀ ਸੇਮ ਨੰਬਰ 'ਚ ਉਹਦੇ ਕੋਲ ਵੂਲ ਕੋਲ ਪੋਜ਼ੀਟਿਵ ਚਾਰਜ ਆ ਜਾਊਗਾ। ਤਾਂ ਇਹਦੇ ਵਿੱਚ ਵੀ ਟੋਟਲ ਸਮ ਕੀ ਹੈ ਰਿਮੇਨ ਜ਼ੀਰੋ। ਠੀਕ ਹੈ, ਵੈਨ ਟੂ ਬੋਡੀਜ਼ ਆਰ ਚਾਰਜਡ ਬਾਈ ਰਬਿੰਗ ਇਕੁਅਲ ਐਂਡ ਆਪੋਜ਼ਿਟ ਚਾਰਜਿਸ ਵਰ ਅਪੋਨ ਦੈਮ।
ਜੇ ਆਪਾਂ ਦੋ ਬੋਡੀਜ਼ ਨੂੰ ਦੋ ਬੋਡੀਜ਼ ਨੂੰ ਆਪਾਂ ਰੱਬ ਕਰਦੇ ਪਏ ਆ ਤਾਂ ਰੱਬ ਕਰਨ ਤੋਂ ਬਾਅਦ ਦੋਨੇ ਬੋਡੀਜ਼ ਉੱਪਰ ਇਕੁਅਲ ਤੇ ਆਪੋਜ਼ਿਟ, ਜੇ ਇਹਦੇ ਵਿੱਚ 5 ਨੈਗੇਟਿਵ ਹੈ ਤੇ ਇਹਦੇ ਵਿੱਚ 5 ਪੋਜ਼ਿਟਿਵ ਹੈ, ਇਕੁਅਲ ਨੰਬਰ ਪਲੱਸ ਆਪੋਜ਼ਿਟ ਚਾਰजेस ਕਿ ਆਪਣੇ ਆਪ ਇੰਡਿਊਸਡ ਹੋ ਜਾਂਦੇ ਆ। ਕਲੀਅਰ? ਤਾਂ ਹਮੇਸ਼ਾ ਕੋਈ ਵੀ ਜਿਹੜਾ ਇਲੈਕਟ੍ਰਿਕ ਚਾਰਜ ਆ ਉਹ ਕੰਜ਼ਰਵਡ ਰਹਿੰਦਾ। ਜਿਵੇਂ ਇਹਦੇ ਸ਼ੋ ਕੀਤਾ ਹੋਇਆ ਕਿ ਫਸਟਲੀ ਆ ਵੀ ਨਿਊਟਰਲ ਹੈ ਤੇ ਇਧਰੋਂ ਆ ਵੀ ਜਿਹੜੀ ਸਿਲਕ ਕਲੌਥ ਆ ਸਿਲਕ ਕਲੌਥ ਹੈ, ਆ ਗਲਾਸ ਰੋਡ ਹੈ, ਦੋਨੋਂ ਕੀ ਹੈ ਨਿਊਟਰਲ ਹੈ, ਮਤਲਬ ਨੋ ਚਾਰਜ ਹੈ। ਜਦੋਂ ਆਪਾਂ ਰੱਬ ਕੀਤਾ ਗਲਾਸ ਰੋਡ ਉੱਪਰ ਪੋਜ਼ਿਟਿਵ ਤਾਂ ਸੇਮ ਨੰਬਰ ਅਮਾਊਂਟ ਦਾ ਨੈਗੇਟਿਵ ਚਾਰਜ ਆ ਜਾਊਗਾ ਸਿਲਕ ਕਲੌਥ ਕੋਲ। ਕਲੀਅਰ?